ਹਾਂਜੀ ਭੌਰ ਸਾਹਿਬ, ਤੁਸੀਂ ਕਿਵੇਂ ਵੇਖਦੇ ਹੋ ਜੋ ਸ੍ਰੀ ਹਜ਼ੂਰ ਸਾਹਿਬ ਦੇ ਨਾਂ ਦੇ ਉੱਤੇ ਸਾਰਾ ਕੰਮ ਚੱਲ ਰਿਹਾ ਤੇ ਬਹੁਤ ਸਾਰੇ ਲੋਕ ਇਹ ਕਹਿ ਰਹੇ ਨੇ ਵੀ ਜਿਹੜਾ ਇਸ ਦੇ ਸ੍ਰੀ ਹਜ਼ੂਰ ਸਾਹਿਬ ਦੇ ਨਾਂ ਤੇ ਜਿਹੜਾ ਸਿੱਖਾਂ ਨੂੰ ਬਦਨਾਮ ਕੀਤਾ ਜਾ ਰਿਹਾ ਕਰੋਨਾ ਦੇ ਨਾਂ ਨਾਲ ਜੋੜ ਕੇ, ਤੇ ਬਹੁਤ ਸਾਰੇ ਸਿੱਖ ਇਹ ਵੀ ਕਹਿ ਰਹੇ ਨੇ ਵੀ ਇਹ ਤੇ ਇੱਕ ਬਿਮਾਰੀ ਹੈ, ਇਹਨੂੰ ਸਿੱਖ ਆਪਣੇ ਆਪ ਬਦਨਾਮ ਹੋ ਰਹੇ ਨੇ ਵੀ ਸਿੱਖ ਇਸ ਚੀਜ਼ ਨੂੰ ਉਛਾਲ ਕੇ ਜੀ। ਨਹੀਂ ਦੇਖੋ, ਐਕਚੁਅਲੀ ਤਾਂ ਗੱਲ ਇਹ ਹੈ ਵੀ ਜਿਹੜਾ ਸਰਕਾਰ ਦਾ, ਚਾਹੇ ਕੇਂਦਰ ਦੀ ਸਰਕਾਰ ਹੈ ਚਾਹੇ ਸਟੇਟ ਦੀ ਗਵਰਨਮੈਂਟ, ਜੀ ਇਹਨਾਂ ਦਾ ਜਿਹੜਾ ਟੈਸਟਿੰਗ ਸਿਸਟਮ ਹੈ ਉਹ ਠੀਕ ਨਹੀਂ ਹੈ ਜੀ। ਤੁਸੀਂ ਪਿਛਲੇ ਦਿਨ ਹੀ ਦੇਖਿਆ ਹੋਣਾ ਵੀ ਜਲੰਧਰ ਦੇ ਵਿੱਚ 3 ਮਰੀਜ਼ ਨੈਗੇਟਿਵ ਡਿਕਲੇਅਰ ਕਰਕੇ ਉਹਨਾਂ ਨੂੰ ਘਰ ਭੇਜ ਦਿੱਤਾ। ਹਾਂਜੀ। ਤੇ ਫਿਰ ਦੂਸਰੇ ਦਿਨ ਉਹਨਾਂ ਨੂੰ ਬੁਲਾ ਲਿਆ, ਨਹੀਂ ਜੀ ਇਹ ਨਹੀਂ, ਤੁਹਾਡੀ ਰਿਪੋਰਟ ਤਾਂ ਪੋਜ਼ਿਟਿਵ ਆਈ, ਤੁਸੀਂ ਵਾਪਸ ਆਓ ਜੀ। ਇਹ ਕਿਹੋ ਜਿਹੀ ਟੈਸਟਿੰਗ ਹੈ? ਤੇ ਉਹ ਭਾਈ ਬਲਦੇਵ ਸਿੰਘ ਪਠਲਾਵੇ ਦਾ ਕੇਸ ਸੀ। 3 ਵਾਰੀ ਉਹਨੂੰ, ਪਹਿਲਾਂ 3 ਤਰੀਕ ਨੂੰ, ਫਿਰ 7 ਤਰੀਕ ਨੂੰ, ਫਿਰ 16 ਮਾਰਚ ਨੂੰ ਜੀ 3 ਵਾਰੀ ਉਹਨੂੰ ਟੈਸਟ ਕੀਤਾ, ਰਿਪੋਰਟ ਨੈਗੇਟਿਵ ਕਹਿੰਦੇ ਰਹੇ। ਤੇ ਉਹਦੀ ਮੌਤ ਤੋਂ ਬਾਅਦ 18 ਤਰੀਕ ਨੂੰ ਉਹਨੂੰ ਕਹਿਤਾ ਜੀ ਇਹ ਤੇ ਪੋਜ਼ਿਟਿਵ ਸੀ। ਮੈਨੂੰ ਲੱਗਦਾ ਵੀ ਜਾਂ ਤਾਂ ਕਿਟਾਂ 'ਚ ਕਿਤੇ ਗੜਬੜ ਹੈ ਜੀ, ਤੇ ਜਾਂ ਕੋਈ ਜਿਹੜਾ ਟੈਸਟਿੰਗ ਕੋਈ ਹੈਗਾ ਇਹਨਾਂ ਦਾ ਸਾਰਾ ਸਿਸਟਮ ਉਹ ਫਾਲਟੀ ਆ। ਹੁਣ ਹਜ਼ੂਰ ਸਾਹਿਬ ਵਾਲੇ ਜਿਹੜੇ ਯਾਤਰੂ ਨੇ ਜੀ, ਬਾਬਾ ਜੀ ਵੀ ਵਾਰ-ਵਾਰ ਕਹਿ ਰਹੇ ਆ ਵੀ ਉਹਨਾਂ ਦਾ 3 ਵਾਰੀ ਟੈਸਟ ਉੱਥੇ ਹੋਇਆ ਜੀ। ਅੱਛਾ, ਮੈਂ ਤਾਂ ਕਹਿੰਦਾ ਜੇ ਇਹਨੂੰ ਜ਼ੀਰੋ ਟੋਲਰੈਂਸ ਰੱਖਣਾ ਹੋਵੇ, ਜਦੋਂ ਸਰਕਾਰਾਂ ਦੀ ਗਲਤੀ ਹੈ, ਜਦੋਂ ਉਹਨਾਂ ਨੂੰ ਚੁੱਕਿਆ ਗਿਆ ਜੀ ਇਹਨਾਂ ਨੇ ਕੋਈ ਰੱਖਣਾ ਸੀਗਾ ਆਪਣਾ ਕੋਈ ਮੈਯਤ ਰੱਖਣੇ ਸੀ, ਤੁਸੀਂ ਦੁਬਾਰਾ ਟੈਸਟਿੰਗ ਕਰਾ ਕੇ ਲਿਆਉਂਦੇ, 2 ਦਿਨ ਹੋਰ ਲੱਗ ਜਾਂਦੇ ਤਾਂ ਕੀ ਹੋ ਜਾਣਾ ਸੀ। ਜੀ ਜੀ। ਫਿਰ ਜੇ 2 ਉੱਥੇ ਨਹੀਂ ਟੈਸਟ ਕਰਾਇਆ ਤੇ ਫਿਰ ਬਾਰਡਰ ਸੀਲ ਕਰਨਾ ਚਾਹੀਦਾ ਪੰਜਾਬ ਦਾ। ਬਾਰਡਰ ਦੇ ਉੱਤੇ ਉੱਥੇ ਆਈਸੋਲੇਸ਼ਨ ਦਾ ਸਿਸਟਮ ਕਰਦੇ, ਉੱਥੇ ਟੈਸਟਿੰਗ ਕਰਦੇ, ਟੈਸਟਿੰਗ ਕਰਕੇ ਫਿਰ ਅੰਦਰ ਲਿਆਉਂਦੇ। ਇਹ ਗਲਤੀਆਂ ਸਰਕਾਰਾਂ ਦੀਆਂ, ਕਦੀ ਇਹਨਾਂ ਨੂੰ ਮੁਸਲਮਾਨਾਂ ਦੇ ਸਿਰ ਮੜ ਦੇਣਾ, ਕਦੀ ਇਹਨਾਂ ਨੂੰ ਸਿੱਖਾਂ ਦੇ ਸਿਰ ਮੜ ਦੇਣਾ। ਤੇ ਆਹ ਜਲੰਧਰ ਦਾ ਇੱਕ ਐਡਾ ਵੱਡਾ ਮੀਡੀਆ ਹਾਊਸ ਹੈ ਜੀ, ਉੱਥੇ ਕੋਈ ਆਈਸੋਲੇਸ਼ਨ ਨਹੀਂ ਹੋਈ, ਇੰਨੇ ਕੇਸ ਨਿਕਲੇ ਉੱਥੇ, ਉਹ ਸਾਰਾ ਜਲੰਧਰ ਕਾਬੂ ਕਰ ਲਿਆ ਉਹਨਾਂ ਨੇ, ਉਹਦੀ ਕੋਈ ਗੱਲ ਨਹੀਂ ਕਰ ਰਿਹਾ। ਰਾਜਪੁਰੇ ਦੇ ਵਿੱਚ ਹੁੱਕਾ ਬਾਰਾਂ ਚੱਲਦੀਆਂ ਰਹੀਆਂ, ਉਹ ਕਿੱਥੋਂ ਆਏ ਸੀ ਜੀ। ਇਹ ਜਾਣ ਬੁੱਝ ਕੇ ਕੋਈ ਐਸਾ ਫਲਾਉਣੀ ਗੱਲਾਂ ਕਰਨੀਆਂ, ਇਹਨਾਂ ਦਾ ਕੋਈ ਮਤਲਬ ਨਹੀਂ ਹੈ। ਇਸ ਵੇਲੇ ਇਹ ਬਿਮਾਰੀ ਨਾ ਹਿੰਦੂ ਦੇਖਦੀ ਹੈ, ਨਾ ਮੁਸਲਿਮ ਦੇਖਦੀ ਹੈ, ਨਾ ਈਸਾਈ ਦੇਖਦੀ ਹੈ, ਨਾ ਜੈਨੀ, ਨਾ ਬੋਧੀ, ਨਾ ਪਾਰਸੀ। ਇਹ ਹਰ ਇੱਕ ਮਨੁੱਖੀ ਸਰੀਰ ਨੂੰ ਚਿੰਬੜ ਸਕਦੀ ਜੀ। ਸਰਕਾਰਾਂ ਨੂੰ ਇਹਦਾ ਪੂਰਾ ਫੂਲ ਪ੍ਰੂਫ ਪ੍ਰਬੰਧ ਕਰਨਾ ਚਾਹੀਦਾ। ਪਰ ਸਰਕਾਰਾਂ ਦੇ ਬਿਆਨਾਂ ਨੂੰ ਕਿਵੇਂ ਲੈਂਦੇ ਹੋ ਜਦੋਂ ਸਿਹਤ ਮੰਤਰੀ ਸਾਹਿਬ ਕਹਿੰਦੇ ਆ ਜੀ ਵੀ ਸਾਡੇ ਜੇ ਹਜ਼ੂਰ ਸਾਹਿਬ ਦੀ ਸੰਗਤ ਨੇ ਸਾਡੀ ਮਿਹਨਤ ਤੇ ਪਾਣੀ ਫੇਰ ਦਿੱਤਾ, ਅਜਿਹੇ ਬਿਆਨਾਂ ਨੂੰ ਕਿਵੇਂ ਲੈਂਦੇ ਫਿਰ ਤੁਸੀਂ? ਇਹ ਬਚਕਨਾ ਬਿਆਨ ਹੈ, ਇਹਨਾਂ ਦਾ ਕੋਈ ਮਤਲਬ ਨਹੀਂ। ਮੈਂ ਸਿਹਤ ਮੰਤਰੀ ਜੀ ਨੂੰ ਤੁਹਾਡੇ ਰਾਹੀਂ ਪੁੱਛਣਾ ਚਾਹੁੰਦਾ ਵੀ ਤੁਹਾਡੀ ਚਿੱਠੀ ਤਾਂ ਜਿਹੜੀ ਤੁਸੀਂ ਭੇਜੀ ਹੈ ਹਜ਼ੂਰ ਸਾਹਿਬ ਦੇ ਯਾਤਰੂਆਂ ਦੇ ਲਈ, ਅੰਮ੍ਰਿਤਸਰ ਸਾਹਿਬ ਦੇ DC ਨੂੰ ਤਾਂ ਪਹੁੰਚਣ ਤੋਂ ਵੀ ਬਾਅਦ ਮਿਲੀ ਹੈ ਉਹਨਾਂ ਨੂੰ। ਕਿੱਥੇ ਤੁਹਾਡਾ ਸਰਕਾਰੀ ਤੰਤਰ ਕੀ ਕਰ ਰਿਹਾ? ਲੋਕ ਸਹਿਯੋਗ ਦੇਣਾ ਚਾਹੁੰਦੇ ਆ ਪਰ ਇਹ ਟੈਸਟਿੰਗ ਤਾਂ ਸਰਕਾਰਾਂ ਨੇ ਕਰਨੀ। ਜਾਂ ਤਾਂ ਕਿਟਾਂ 'ਚ ਗੜਬੜ ਹੈ, ਜਿਹੜੀਆਂ ਚਾਈਨਾ ਤੋਂ ਕਿਟਾਂ ਮੰਗਾਈਆਂ ਜਿਹੜੀਆਂ ਇਹਨਾਂ ਨੇ ਵਾਪਸ ਕੀਤੀਆਂ ਦੁਬਾਰਾ ਮੁੜ ਕੇ, ਤੇ ਜਾਂ ਇਹ ਆਪਣਾ ਸਿਸਟਮ ਨੂੰ ਠੀਕ ਕਰਨਾ ਚਾਹੀਦਾ। ਕਿਸੇ ਹਸਪਤਾਲ ਦੇ ਵਿੱਚ ਹੁਣ ਗੱਲਾਂ ਕਰਨ ਦਾ ਵਕਤ ਨਹੀਂ ਹੈ, ਕਿਉਂਕਿ ਸਿਚੁਏਸ਼ਨ ਬੜੀ ਕਸੂਤੀ ਜਿਹੀ ਹੈ, ਸਾਰੀ ਦੁਨੀਆ ਇੱਕੋ ਰੱਸੇ ਨਾਲ ਬੱਝੀ ਹੋਈ ਹੈ। ਵੈਸੇ ਇਹਦਾ ਬਦਨਾਮੀ ਦੇ ਨਾਲ ਸੰਬੰਧ ਕਿਵੇਂ ਹੋਇਆ ਜੀ? ਵੀ ਕਿਉਂਕਿ ਮਰੀਜ਼ ਹੈ, ਕਿਸੇ ਨੂੰ ਬੁਖਾਰ ਹੈ, ਕਿਸੇ ਨੂੰ ਜ਼ੁਕਾਮ, ਵੀ ਆਮ ਵੀ ਜੇ ਕੋਈ ਬਿਮਾਰ ਹੋ ਜਾਂਦੇ ਆ ਤਾਂ ਬਿਮਾਰ ਦੇ ਨਾਲ ਕੋਈ ਬਦਨਾਮ ਤੇ ਨਹੀਂ ਹੁੰਦਾ। ਤੇ ਇਹ ਤੁਸੀਂ ਕਿਵੇਂ ਮੰਨਦੇ ਹੋ ਵੀ ਇਹ ਬਦਨਾਮ ਕੀਤਾ ਜਾ ਰਿਹਾ? ਖਾਸ ਤੌਰ ਤੇ ਕੁਛ ਮੀਡੀਆ ਚੈਨਲ ਜਿਹੜੇ ਹੈਗੇ ਆ, ਇੱਕ ਜਮਾਤ ਹੈਗੀ ਆ ਵੀ ਉਹ ਬਦਨਾਮ ਕਰ ਰਹੀ ਹੈ ਜੀ। ਨਹੀਂ ਦੇਖੋ, ਜਿਹੜਾ ਲਾਗ ਦੀ ਬਿਮਾਰੀ ਹੁੰਦੀ ਆ ਨਾ, ਹਾਂਜੀ, ਉਹ ਇੱਕ ਤਰ੍ਹਾਂ ਨਾਲ ਜਿਹੜਾ ਲਾਗ ਵਾਲਾ ਬੰਦਾ ਜਿਹਦੇ ਤੋਂ ਅੱਗੇ ਲੋਕ ਇਨਫੈਕਟ ਹੋ ਰਹੇ ਆ, ਮਲਟੀਪਲੀਕੇਸ਼ਨ ਹੋ ਰਹੀ ਹੈ, ਉਹ ਦੋਸ਼ੀ ਬਣ ਜਾਂਦਾ ਵੀ ਇਹ ਫੈਲਾਉਣ ਦਾ ਦੋਸ਼ੀ ਇਹ ਹੈ। ਇਹ ਤਾਂ ਮੀਡੀਆ ਪਰਸਨਸ ਨੂੰ ਬਹੁਤ ਜ਼ਿੰਮੇਵਾਰਾਨਾ ਰੋਲ ਅਦਾ ਕਰਨਾ ਚਾਹੀਦਾ ਜੀ। ਮੈਂ ਜਿਵੇਂ ਜ਼ਿਕਰ ਕਰਕੇ ਹਟਿਆ ਵੀ ਇਹ ਬਿਮਾਰੀ ਨਾ ਹਿੰਦੂ ਮੁਸਲਿਮ ਨੂੰ ਕਿਸੇ ਨੂੰ ਨਹੀਂ ਦੇਖਦੀ, ਕੌਣ ਹੈ ਕੌਣ ਨਹੀਂ ਹੈ, ਸਾਰਿਆਂ ਨੂੰ ਚਿੰਬੜ ਸਕਦੀ। ਕਈ ਪੱਤਰਕਾਰ ਵੀ ਲਪੇਟੇ ਜਾਏ। ਬਿਮਾਰ ਨੂੰ ਬਿਮਾਰ ਸਮਝਣਾ ਚਾਹੀਦਾ ਤੇ ਇਲਾਜ ਨੂੰ ਇਲਾਜ ਸਮਝਣਾ ਚਾਹੀਦਾ। ਇਹ ਨਹੀਂ ਫੈਸਲਾ ਕਰਨਾ ਚਾਹੀਦਾ ਵੀ ਫਲਾਨੇ ਚਿਹਰੇ ਮੋਹਰੇ ਵਾਲਾ ਬੰਦਾ ਜੀ ਉਹਦੇ ਕਰਕੇ ਆ ਹੋ ਗਿਆ ਜੀ। ਬਿਮਾਰ ਮਰੀਜ਼ ਤਾਂ ਮਰੀਜ਼ ਹੈ, ਕੌਣ ਬਿਮਾਰੀ ਸੇੜਨਾ ਚਾਹੁੰਦਾ ਆਪਣੇ ਗਲ? ਕੌਣ ਐਡੀ ਵੱਡੀ ਬਿਮਾਰੀ ਪਾਉਣੀ ਚਾਹੁੰਦਾ? ਤੁਹਾਡੀ ਕਿਸੇ ਤਰ੍ਹਾਂ ਦੇ ਨਾਲ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧਕ ਕਮੇਟੀ ਦੇ ਨਾਲ ਜਾਂ ਉਹਨਾਂ ਦੇ ਉੱਥੇ ਮੈਨੇਜਮੈਂਟ ਨਾਲ ਕਿਸੇ ਨਾਲ ਗੱਲਬਾਤ ਹੁੰਦੀ ਹੈ ਸੰਗਤ ਨਾਲ ਜੀ? ਮੈਂ ਬਾਬਾ ਜੀ ਦਾ ਸੁਣਿਆ ਸਾਰਾ ਹੀ, ਬਾਬਾ ਨਰਿੰਦਰਪਾਲ ਸਿੰਘ ਜੀ ਦਾ, ਬਾਬਾ ਬਲਵਿੰਦਰ ਸਿੰਘ ਜੀ ਦਾ, ਔਰ ਉਹਨਾਂ ਨੇ ਬਿਲਕੁਲ ਕਲੀਅਰ ਦੱਸਿਆ। ਕੁਛ ਯਾਤਰੂਆਂ ਦੇ ਵੀ ਮੈਂ ਸੰਪਰਕ 'ਚ ਰਿਹਾ, ਉਹਨਾਂ ਨੇ ਵੀ ਦੱਸਿਆ ਵੀ ਸਾਡਾ ਰੋਜ਼ ਸਕਰੀਨਿੰਗ ਹੁੰਦੀ ਸੀ ਔਰ ਸਾਡੇ ਟੈਸਟ ਹੋਏ ਆ ਬਕਾਇਦਾ। ਇਹ ਕਿੱਥੇ ਕਮੀ ਰਹੀ ਹੈ ਤਾਂ ਸਰਕਾਰਾਂ ਨੇ ਲੱਭਣਾ ਹੁੰਦਾ ਨਾ।
ਜੇ ਉੱਥੇ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਸੀ ਤੇ ਇੱਥੇ ਪੰਜਾਬ 'ਚ ਆ ਕੇ ਕਿਵੇਂ ਹੋਊਗੀ? ਤੇ ਉੱਥੇ ਦੀਆਂ ਤੇ ਪੰਜਾਬ ਦੀਆਂ ਕਿੱਟਾਂ 'ਚ ਵੀ ਡਿਫਰੈਂਸ ਹੋ ਸਕਦਾ ਜੀ? ਇਹ ਤਾਂ ਹੁਣ ਸਰਕਾਰਾਂ ਦੱਸ ਸਕਦੀਆਂ ਜੀ, ਉੱਥੇ ਉਹ ਕਿਹੜੀਆਂ ਯੂਜ਼ ਕਰਦੇ, ਇੱਥੇ ਕਿਹੜੀਆਂ ਯੂਜ਼ ਕਰਦੇ, ਇਹ ਤਾਂ ਇਹੀ ਦੱਸ ਸਕਦੇ ਨਾ। ਫਿਰ ਇਹਦਾ ਮਤਲਬ ਤਾਂ ਫਿਰ ਇਹੀ ਹੋਊਗਾ ਜੇ ਉਹ ਨੈਗੇਟਿਵ ਦੇ ਰਹੀਆਂ ਨੇ ਵਾਰ-ਵਾਰ ਤਾਂ 3 ਵਾਰ ਤਾਂ ਮੈਂ ਇਹੀ ਬੇਨਤੀ ਕਰਕੇ ਹਟਿਆ ਜੀ ਵੀ ਕੁਛ ਨੁਕਸ ਤਾਂ ਹੈਗਾ ਟੈਸਟਿੰਗ ਦੇ ਵਿੱਚ ਵੀ ਉਹੀ ਮਰੀਜ਼ ਨੂੰ ਪੋਜ਼ਿਟਿਵ ਤੇ ਉਹਨੂੰ ਨੈਗੇਟਿਵ ਕਿਵੇਂ ਕਹਿ ਦਿੱਤਾ ਜਾਂਦਾ। ਮੈਂ ਤੁਹਾਨੂੰ 2 ਉਦਾਹਰਨਾਂ ਦਿੱਤੀਆਂ, ਬਲਦੇਵ ਸਿੰਘ ਦੀ ਤੇ ਇੱਥੇ ਵਾਲੀ ਜਿਹੜੀ ਜਲੰਧਰ ਵਾਲੀ। ਮਰੀਜ਼ਾਂ ਨੂੰ ਛੁੱਟੀ ਵੀ ਦੇ ਦਿੱਤੀ ਗਈ ਵੀ ਤੁਸੀਂ ਘਰਾਂ 'ਚ ਜਾਓ। ਉਹ ਇਦਾਂ ਦੀ ਬਿਮਾਰੀ ਤੋਂ ਘਰ ਜਾਂਦਾ ਬੰਦਾ, ਲੋਕ ਤਾਂ ਗੱਲ ਲੱਗ ਕੇ ਮਿਲਦੇ ਵੀ ਸਾਡਾ ਬੰਦਾ ਆ ਗਿਆ ਜੀ, ਤੇ ਫਿਰ ਦੂਜੇ ਦਿਨ ਉਹਨਾਂ ਨੂੰ ਪੋਜ਼ਿਟਿਵ ਕਹਿ ਕੇ ਬੁਲਾ ਲਿਆ ਗਿਆ। ਬਹੁਤ ਸਾਰੀਆਂ ਬਿਆਨਬਾਜ਼ੀਆਂ ਸਿੱਖ ਜਥੇਬੰਦੀਆਂ ਵੱਲੋਂ ਜਾਂ ਫਿਰ ਭਾਈ ਗਿਆਨੀ ਹਰਪ੍ਰੀਤ ਸਿੰਘ ਜੀ ਵੀ ਸ਼ੰਕਾ ਜਤਾਉਂਦੇ ਆ ਵੀ ਇਹਦੇ ਪਿੱਛੇ ਗੂੜ ਡੂੰਘੀ ਸਾਜ਼ਿਸ਼ ਹੈ। ਤੇ ਸਾਜ਼ਿਸ਼ ਕਿਵੇਂ, ਮਤਲਬ ਕਿ ਕਿਉਂ ਕੀਤੀ ਜਾ ਰਹੀ ਹੈ ਜੀ, ਇਹਨੂੰ ਕਿਵੇਂ ਲੈਂਦੇ ਹੋ? ਇਹ ਦੇਖੋ, ਸਾਜ਼ਿਸ਼ ਦੀ ਬੂ ਇਸ ਕਰਕੇ ਆਉਂਦੀ ਹੈ ਹਾਂਜੀ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਥ ਦੀ ਨੁਮਾਇੰਦਾ ਜਥੇਬੰਦੀ ਹੋਣ ਦੇ ਨਾਤੇ ਇਹ ਆਫਰ ਕੀਤਾ ਵੀ ਜਿੰਨੇ ਵੀ ਮਰੀਜ਼ ਆਉਣ, ਚਾਹੇ ਉਹ ਹਿੰਦੂ ਹੋਣ, ਸਿੱਖ ਹੋਣ, ਮੁਸਲਮਾਨ ਹੋਣ, ਈਸਾਈ ਹੋਣ, ਜੀ ਸਾਡੀਆਂ ਸਰਾਵਾਂ ਦੇ ਦਰਵਾਜ਼ੇ ਖੁੱਲ੍ਹੇ ਆ। ਉਹਨਾਂ ਨੂੰ ਚਾਹੇ ਆਈਸੋਲੇਸ਼ਨ ਵਾਰਡ 'ਚ ਰੱਖੋ, ਜਿੱਥੇ ਮਰਜ਼ੀ ਰੱਖੋ, ਅਸੀਂ ਹਰ ਤਰ੍ਹਾਂ ਦੀ ਉਹਨਾਂ ਦੀ ਰਹਿਣ ਦੀ, ਬੈਠਣ ਦੀ, ਖਾਣ ਪੀਣ ਦੀ ਸਾਰੀ ਸੁਵਿਧਾ ਦਾ ਪ੍ਰਬੰਧ ਕਰਾਂਗੇ ਜੀ। ਇਹ ਵੀ ਆਫਰ ਕੀਤਾ ਵੀ ਤੁਸੀਂ ਗੁਰੂ ਰਾਮਦਾਸ ਮੈਡੀਕਲ ਕਾਲਜ 'ਚ ਭੇਜ ਦਿਓ, ਅਸੀਂ ਉੱਥੇ ਇਲਾਜ ਵੀ ਕਰਾਂਗੇ ਜੀ। ਤੇ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਦੇ ਕੋਲ ਐਡਾ ਵੱਡਾ ਇਨਫਰਾਸਟਰਕਚਰ ਹੈ ਪੰਜਾਬ ਵਿੱਚ, ਉਹ ਆਫਰ ਕਰ ਰਹੀ ਹੈ, ਪਰ ਤੁਸੀਂ ਲਿਜਾ ਕੇ ਉਹਨਾਂ ਨੂੰ ਰੱਖ ਰਹੇ ਆ ਰਾਧਾ ਸਵਾਮੀਆਂ ਦੇ ਡੇਰਿਆਂ 'ਚ। ਇਹਦੇ ਪਿੱਛੇ ਕੀ ਮਨਸ਼ਾ ਹੈ? ਜੀ, ਇੱਕ ਬੰਦਾ ਤਾਂ ਆਫਰ ਕਰ ਰਿਹਾ, ਓਪਨਲੀ ਆਫਰ ਕਰ ਰਿਹਾ, ਤੇ ਤੁਸੀਂ ਟਿਕਾ ਰਹੇ ਉਹਨਾਂ ਨੂੰ ਰਾਧਾ ਸਵਾਮੀਆਂ ਦੇ ਡੇਰਿਆਂ 'ਚ। ਤੇ ਉੱਥੇ ਉਹ ਦੇਖੋ, ਨਾ ਰਾਧਾ ਸਵਾਮੀਆਂ ਦੇ ਡੇਰਿਆਂ 'ਚ ਲੰਗਰ ਪੱਕਦਾ, ਬਾਹਰੋਂ ਪੱਕ ਕੇ ਆਊਗਾ ਨਾ। ਜੀ, ਸਾਡੇ ਲਈ ਤਾਂ ਸਾਰੇ ਹੀ ਸਤਿਕਾਰਯੋਗ ਆ ਜਿਹੜੇ ਮਨੁੱਖੀ ਸੇਵਾ 'ਚ ਲੱਗੇ ਹੋਏ ਆ, ਪਰ ਉਹਨਾਂ ਦੀ ਇੱਕ ਪ੍ਰਥਾ ਆ, ਜਿਹੜੇ ਉਹਨਾਂ ਦੇ ਡੇਰੇ ਨੇ ਪਿੰਡਾਂ ਵਿੱਚ ਬਣੇ ਹੋਏ ਨੇ, ਉੱਥੇ ਕਿਤੇ ਲੰਗਰ ਨਹੀਂ ਬਣਦਾ, ਕਿਤੇ ਕੋਈ ਪੱਕੇ ਪ੍ਰਬੰਧਕ ਨਹੀਂ ਹੈ ਲੰਗਰ ਦੇ, ਉਹ ਬਾਹਰੋਂ ਬਣਾ ਕੇ ਲੈ ਕੇ ਜਾਂਦੇ। ਇੱਕ ਪਾਸੇ ਤੁਹਾਨੂੰ ਗੁਰੂ ਘਰ ਆਵਾਜ਼ਾਂ ਮਾਰ ਰਿਹਾ ਵੀ ਸਾਡੇ ਕੋਲ ਛੱਡੋ। ਮੈਂ ਹੁਣ ਇੱਕ ਅਮਰੀਕਨ ਸਿੰਘ ਦਾ ਸੁਣ ਰਿਹਾ ਸੀ ਜੀ, ਉਹਨੇ ਕਿਹਾ ਵੀ ਜਿੰਨੇ ਹਜ਼ੂਰ ਸਾਹਿਬ ਤੋਂ ਆਏ ਆ, ਚਾਹੇ ਉਹਨਾਂ ਨੂੰ ਹੋਟਲਾਂ 'ਚ ਰੱਖਣਾ ਹੋਵੇ, ਖਰਚਾ ਮੇਰੇ ਤੋਂ ਲੈ ਲਓ। ਜਦੋਂ ਸਾਰੀ ਕਮਿਊਨਿਟੀ ਆਫਰ ਕਰ ਰਹੀ ਹੈ ਤੇ ਤੁਸੀਂ ਉਹਨਾਂ ਨੂੰ ਕਿਉਂ ਜਾਣਬੁੱਝ ਕੇ ਉੱਥੇ ਟਿਕਾ ਰਹੇ ਹੋ ਜਿੱਥੇ ਪ੍ਰਬੰਧ ਹੀ ਕੋਈ ਨਹੀਂ? ਕਿਤੇ ਨਾ ਕਿਤੇ ਇਹਦੇ ਵਿੱਚ ਇਹ ਵੀ ਮਨਸ਼ਾ ਹੋ ਸਕਦੀ ਹੈ ਵੀ ਵੋਟ ਬੈਂਕ ਦਾ ਲਾਹਾ ਲੈਣ ਦੇ ਲਈ ਉਹ ਤਖਤਾਂ ਦੇ ਨਾਲੋਂ ਜਾਂ ਕਿਸੇ ਧਾਰਮਿਕ ਸਥਾਨ ਨਾਲ ਤੋੜ ਕੇ ਡੇਰੇਵਾਦ ਨਾਲ ਜੋੜਿਆ ਜਾਵੇ। ਨਹੀਂ, ਇਹ ਹੋ ਸਕਦਾ ਵੀ ਸ਼੍ਰੋਮਣੀ ਕਮੇਟੀ ਨੂੰ ਡਾਊਨ ਕਰਨ ਦੇ ਲਈ ਕੋਈ ਏਦਾਂ ਦੀ ਗੱਲ ਮਨ 'ਚ ਕਿਸੇ ਦੇ ਆ ਸਕਦੀ ਹੈ, ਕੋਈ ਬੜੀ ਗੱਲ ਨਹੀਂ ਤੇ ਉਹ ਸਾਰੀਆਂ ਸਰਾਵਾਂ ਖਾਲੀ ਪਈਆਂ ਹੁਣ ਤੇ ਹਰ ਇੱਕ ਜਗ੍ਹਾ ਬਹੁਤ ਸਾਰੀਆਂ ਸਰਾਵਾਂ 'ਚ ਚਲੇ ਵੀ ਗਏ ਯਾਤਰੂ। ਫਤਿਹਗੜ੍ਹ ਸਾਹਿਬ ਵੀ ਹੈ, ਅਨੰਦਪੁਰ ਸਾਹਿਬ ਵੀ ਹੈ। ਜਦੋਂ ਸਾਰਾ ਕੁਝ ਆਫਰ ਕੀਤਾ ਹੋਇਆ ਤੇ ਉੱਥੇ ਸਾਰਾ ਪ੍ਰਬੰਧ ਹੈ, ਲੰਗਰ 24 ਘੰਟੇ ਚੱਲ ਰਿਹਾ। ਜੇ ਉੱਥੇ ਸ਼੍ਰੋਮਣੀ ਕਮੇਟੀ ਕੋਲ ਵੀ ਭੇਜ ਤਾਂ ਸਰਕਾਰ ਦਾ ਵੀ ਤਾਂ ਉਨਾ ਹੀ ਕ੍ਰੈਡਿਟ ਜਾਣਾ ਸੀ, ਕਿਉਂਕਿ ਸਰਕਾਰ ਨੇ ਲਿਆਂਦੇ ਆ, ਸਰਕਾਰ ਨੇ ਗਾਹਾਂ ਭੇਜਣੇ ਸੀ ਵੀ ਚਲੋ ਸਰਕਾਰ ਨੇ ਭੇਜਿਆ ਜੀ ਸ਼੍ਰੋਮਣੀ ਕਮੇਟੀ। ਨਹੀਂ, ਮੈਂ ਜਗਦੀਪ ਜੀ ਇਹ ਬੇਨਤੀ ਕਰਦਾ ਵੀ ਜਦੋਂ ਕੋਈ ਲੋੜਵੰਦ ਹੁੰਦਾ ਨਾ, ਉਹਨੂੰ ਭੇਜਿਆ ਉੱਥੇ ਜਾਂਦਾ ਜਿੱਥੇ ਖਾਣ ਪੀਣ, ਬੈਠਣ ਉੱਠਣ ਦੀ ਸੁਵਿਧਾ ਹੋ ਜੀ। ਹੁਣ ਜਿਹੜੇ ਪਿੰਡਾਂ ਦੇ ਵਿੱਚ ਰਾਧਾ ਸਵਾਮੀਆਂ ਦੇ ਡੇਰੇ ਨੇ, ਨਾ ਤਾਂ ਉੱਥੇ ਰਿਹਾਇਸ਼ ਦਾ ਪ੍ਰਬੰਧ ਹੈ, ਬੜਾ ਉਹ ਸਿੰਪਲ ਸ਼ੈੱਡ ਜੀ ਬਣਾ ਕੇ ਲਾਉਣ ਤੇ ਬੈਠਦੇ ਸਾਰੇ, ਹਨਾ, ਨਾ ਕੋਈ ਲੰਗਰ ਦਾ ਪ੍ਰਬੰਧ ਹੈ। ਫਿਰ ਤੁਸੀਂ ਕਿਉਂ ਉਹਨਾਂ ਨੂੰ ਉੱਥੇ ਭੇਜ ਰਹੇ ਹੋ ਜਦ ਸ਼੍ਰੋਮਣੀ ਕਮੇਟੀ ਕੋਲ ਇਕੱਲੇ ਕਮਰੇ 'ਚ ਅਟੈਚਡ ਬਾਥਰੂਮ ਹੈ, ਸਾਰੀ ਸੁੱਖ ਸਹੂਲਤ ਹੈ, ਲੰਗਰ ਕਮਰੇ 'ਚ ਮਿਲਣਾ, ਫਿਰ ਤੁਸੀਂ ਕਿਉਂ ਨਹੀਂ ਉਹਨਾਂ ਨੂੰ ਉੱਥੇ ਭੇਜ ਰਹੇ ਜੀ? ਹਾਂਜੀ, ਇਹ ਪੋਲੀਟੀਕਲ ਮਾਈਲੇਜ ਲੈਣ ਦਾ ਸਮਾਂ ਨਹੀਂ ਹੈ, ਮਨੁੱਖਤਾ ਮਰ ਰਹੀ ਹੈ, ਇਹਨੂੰ ਬਚਾਉਣ ਦਾ ਸਮਾਂ। ਤੇ ਇਹਦੇ ਵਿੱਚ ਹੁਣ ਮਤਲਬ ਕਿ ਕਰਨਾ, ਇਹਨਾਂ ਨੂੰ ਆਲ ਪਾਰਟੀ ਮੀਟਿੰਗ ਕਰਨੀ ਚਾਹੀਦੀ ਹੈ, ਕਿਉਂਕਿ ਇਹਦੇ ਵਿੱਚ ਇਹ ਵੀ ਆਉਂਦਾ ਹੈ ਵੀ ਜੇ ਆਪਾਂ ਚਲੋ ਇੱਕ ਪਾਸੇ ਕਹਿ ਦਿੰਦੇ ਵੀ ਸਰਕਾਰਾਂ ਨੂੰ ਵੀ, ਤਾਂ ਵਿਰੋਧੀ ਪਾਰਟੀਆਂ ਵੀ ਕੋਈ ਚੰਗੀ ਇੱਥੇ ਭੂਮਿਕਾ ਨਿਭਾਉਂਦੀ ਨਜ਼ਰ ਨਹੀਂ ਆ ਰਹੀਆਂ ਜੀ, ਭੰਡਦੇ ਹੀ ਨਜ਼ਰ ਆ ਰਹੇ ਆ ਸਰਕਾਰਾਂ ਨੂੰ ਜਾਂ ਇੱਕ ਮੈਂ ਜਗਦੀਪ ਜੀ ਇਹ ਬੇਨਤੀ ਕਰ ਚੁੱਕਾ, ਇਹ ਕੋਈ ਰਾਜਨੀਤੀ ਦਾ ਸਮਾਂ ਨਹੀਂ ਹੈ। ਇਹਦੇ ਕੋਈ ਵੱਡਾ ਛੋਟਾ, ਇਹ ਆਪਣੇ ਆਪ ਨੂੰ ਵੱਡਾ ਜਾਂ ਛੋਟਾ ਕਰਨ ਦਾ ਸਮਾਂ ਨਹੀਂ। ਇਹ ਸਾਰਿਆਂ ਨੂੰ ਮਿਲ ਕੇ ਇਹ ਲੜਾਈ ਲੜਨੀ ਪੈਣੀ ਹੈ, ਕਿਉਂਕਿ ਇਹ ਲੜਾਈ ਛੋਟੀ ਨਹੀਂ। ਇਸ ਲੜਾਈ ਦੇ ਨਾਲ ਸੂਬੇ ਦੀ ਆਰਥਿਕਤਾ ਬਰਬਾਦ ਹੋ ਜਾਣੀ ਹੈ, ਬਹੁਤ ਸਾਰੀਆਂ ਨੌਕਰੀਆਂ ਚਲੇ ਜਾਣੀਆਂ, ਕਾਰੋਬਾਰ ਖਤਮ ਹੋ ਜਾਣੇ ਆ। ਇਹ ਮੁੜ ਕੇ ਪੈਰਾਂ ਤੇ ਲਿਆਉਣਾ ਬੜਾ ਔਖਾ ਹੈ। ਜੇ ਪੰਜਾਬ ਰਹੂਗਾ, ਜੇ ਹਿੰਦੁਸਤਾਨ ਰਹੂਗਾ, ਤਾਂ ਹੀ ਲੀਡਰ ਕੋਈ ਲੀਡਰੀ ਕਰ ਸਕਦਾ। ਤੇ ਜੇ ਸਾਰਾ ਕੁਝ ਹੀ ਬਰਬਾਦ ਹੋ ਗਿਆ, ਫਿਰ ਇਹਨੂੰ ਪੈਰਾਂ ਸਿਰ ਕਿਵੇਂ ਲਿਆਵਾਂਗੇ? ਇਹ ਵਕਤ ਨਹੀਂ ਹੈ ਏਦਾਂ ਦੀਆਂ ਗੱਲਾਂ ਸੋਚਣ ਦਾ। ਜੇ ਜਿਹੜੀ ਤੁਸੀਂ ਹੁਕਮ ਕੀਤਾ ਮੈਨੂੰ ਵੀ ਜੀ ਇਹਦੇ ਪਿੱਛੇ ਸਾਜ਼ਿਸ਼ ਹੋ ਸਕਦੀ ਹੈ, ਇਹ ਸਰਕਾਰ ਕਰੇ ਪਤਾ ਵੀ ਕਿਉਂ ਸਾਰੀਆਂ ਸਹੂਲਤਾਂ ਦੇ ਬਾਵਜੂਦ ਉਹਨਾਂ ਨੂੰ ਉੱਥੇ ਠਹਿਰਾਇਆ ਗਿਆ ਜਿੱਥੇ ਨਾ ਲੰਗਰ ਦਾ ਪ੍ਰਬੰਧ ਸੀ, ਨਾ ਰਹਿਣ ਦਾ ਪ੍ਰਬੰਧ ਸੀ। ਤੇ ਫਿਰ ਇੱਕ ਮੈਂ ਵੀਡੀਓ ਦੇਖੀ ਹੈ,
ਉਹ ਬੀਬੀ ਇਹ ਕਹਿ ਰਹੀ ਆ ਵੀ ਸਾਨੂੰ ਸਾਰੇ ਹੀ ਛੱਡ ਕੇ ਦੌੜ ਗਏ, ਵੀ 2 ਮਰੀਜ਼ ਪੋਜ਼ਿਟਿਵ ਆ ਗਏ, ਵਿੱਚੇ ਚੌਕੀਦਾਰ ਸਾਰੇ ਛੱਡ ਕੇ ਦੌੜ ਗਏ ਜੀ, ਉਹ ਡੇਰੇ ਚੋਂ ਹੀ ਆ ਰਹੀ ਹੈ। ਹਾਂਜੀ, ਇਹ ਤਾਂ ਜਿਹੜੀ ਸਾਰੀ ਤਸੱਲੀ ਆ ਨਾ, ਇਹਦੀ ਜਾਂਚ ਕਰਕੇ ਸਰਕਾਰ ਨੂੰ ਕਰਾਉਣੀ ਚਾਹੀਦੀ, ਲੋਕਾਂ ਦੀ ਤਸੱਲੀ ਵੀ ਇਹ ਕਿਉਂ ਹੋਇਆ। ਹਾਂਜੀ ਜੀ, ਤੇ ਸ੍ਰੀ ਹਜ਼ੂਰ ਸਾਹਿਬ ਨੂੰ ਹੁਣ ਸੀਲ ਕੀਤਾ ਗਿਆ, ਲੰਗਰ ਵੀ ਸੀਲ ਕੀਤਾ ਗਿਆ ਜੀ ਉੱਥੇ, ਉਹ ਕਿਵੇਂ ਲੈਂਦੇ ਨੇ? ਚਲੋ ਇਹ ਤਾਂ ਉਹਨਾਂ ਨੇ ਪ੍ਰੀਕਾਸ਼ਨਰੀ ਲਿਆ ਹੋਣਾ ਜਦੋਂ ਕੋਈ ਉਹਨਾਂ ਨੂੰ ਲੱਗਾ ਇਦਾਂ ਦਾ, ਵੈਸੇ ਅਜੇ ਤੱਕ ਤਾਂ ਕੋਈ ਐਸੀ ਗੱਲ ਆਈ ਨਹੀਂ। ਨਾਲ ਪੰਜਾਬੀ ਲੋਕ ਚੈਨਲ ਦੀ ਹੀ ਗੱਲ ਹੁੰਦੀ ਹੈ ਜੀ, ਉਹ ਕਹਿੰਦੇ ਵੀ ਸੀਲ ਕਰਤਾ ਇਹਨਾਂ ਨੇ, ਵੀ ਅਸੀਂ ਉਹਨਾਂ ਨੂੰ ਕਹਿ ਦਿੱਤਾ ਵੀ ਗੁਰਦੁਆਰਾ ਸਾਹਿਬ ਦੇ ਬਿਲਕੁਲ ਦਰਵਾਜ਼ੇ ਨਹੀਂ ਬੰਦ ਹੋਣਗੇ, ਵੀ ਗੁਰੂ ਘਰ ਦੇ ਕਦੇ ਦਰਵਾਜ਼ੇ ਨਹੀਂ ਬੰਦ ਹੁੰਦੇ, ਵੈਸੇ ਉਹਨਾਂ ਨੇ ਸੀਲ ਕਰਤਾ ਜੀ ਉਹਨਾਂ ਨੂੰ। ਤੁਸੀਂ ਜਗਦੀਪ ਜੀ, ਤੁਸੀਂ ਦੇਖੋ, ਤੁਸੀਂ ਰੋਪੜ ਨੂੰ ਬਿਲੋਂਗ ਕਰਦੇ ਜੀ। ਬਲਦੇਵ ਸਿੰਘ ਦੇ ਉੱਪਰ ਇਲਜ਼ਾਮ ਲਾਇਆ ਗਿਆ ਵੀ ਇਸ ਬੰਦੇ ਨੇ ਕਰੋਨਾ ਫੈਲਾਤਾ ਪੰਜਾਬ 'ਚ, ਹੈ ਜੀ। ਉਹ ਹੋਲੇ ਮਹੱਲੇ ਤੇ ਗਿਆ, ਹੋਲੇ ਮਹੱਲੇ ਦੇ ਕਿੰਨੇ ਸੈਂਪਲਿੰਗ ਕੀਤੀ ਗਈ ਬੰਦਿਆਂ ਦੀ, ਇੱਕ ਵੀ ਨਿਕਲਿਆ ਪੋਜ਼ਿਟਿਵ ਜੀ। ਤੇ ਅੱਜ ਰੋਪੜ ਜਿਹੜਾ ਗ੍ਰੀਨ ਜ਼ੋਨ 'ਚ ਹੈ, ਕੀ ਕਿਹਦੇ ਤੇ ਯਕੀਨ ਕਰੀਏ? ਟੈਸਟਿੰਗ ਤੇ ਯਕੀਨ ਕਰੀਏ ਕਿ ਅਖਬਾਰਾਂ ਤੇ ਯਕੀਨ ਕਰੀਏ? ਕਿਹਦੇ ਤੇ ਯਕੀਨ ਕਰੀਏ? ਜੀ, ਜੇ ਸਾਜ਼ਿਸ਼ ਹੋ ਹੀ ਰਹੀ ਹੈ ਤਾਂ ਇਹਨੂੰ ਇੱਕ ਡਰਾਈਵਰ ਨੂੰ ਵੀ ਜਿਹੜਾ ਪੋਜ਼ਿਟਿਵ IAS KBS ਸਿੱਧੂ ਇਹ ਦੱਸ ਦਿੰਦੇ ਆ ਬਈ ਮਨਜੀਤ ਸਿੰਘ ਡਰਾਈਵਰ ਜਿਹੜਾ ਟੈਂਪੂ ਟਰੈਵਲਰ ਦਾ ਸੀਗਾ ਉਹ ਪੋਜ਼ਿਟਿਵ ਆ ਗਿਆ, ਤੇ ਉਹਦਾ ਕੋਈ ਖੰਡਨ ਨਹੀਂ ਹੁੰਦਾ, ਕੋਈ ਕੁਛ ਨਹੀਂ ਹੁੰਦਾ, ਉਹ ਵੀ ਇੱਕ ਸਾਜ਼ਿਸ਼ ਦਾ ਹਿੱਸਾ, ਉੱਥੋਂ ਸ਼ੁਰੂਆਤ ਹੋਈ ਹੋ ਸਕਦੀ ਹੈ ਜੀ। ਨਹੀਂ ਦੇਖੋ, ਸਫ਼ਰ ਹੈਗਾ ਲੰਬਾ, ਤਕਰੀਬਨ 1700-1800 ਕਿਲੋਮੀਟਰ ਸਫ਼ਰ ਹੈ ਪੰਜਾਬ ਤੋਂ। ਹਾਂਜੀ। ਜਦੋਂ ਉੱਥੋਂ ਆਉਂਦੇ ਆ ਰਸਤਿਆਂ 'ਚ ਖਾਣ ਪੀਣ ਵੀ ਬੈਠਦੇ ਹੋਣਗੇ ਕਿਤੇ ਕੋਈ ਹੋਰ, ਇਹ ਤਾਂ ਜਾਂਚ ਦਾ ਵਿਸ਼ਾ ਨਾ, ਜਾਂਚ ਕਰਨੀ ਚਾਹੀਦੀ ਹੈ। ਨਹੀਂ, ਉਸ ਡਰਾਈਵਰ ਨੂੰ ਇਹਨਾਂ ਨੇ ਪੋਜ਼ਿਟਿਵ ਦੱਸਿਆ ਸੀ ਤੇ ਉਹ ਲਾਈਵ ਹੁੰਦਾ ਜੀ ਕੁਝ ਸਮੇਂ ਬਾਅਦ ਹੀ ਉਹ ਕਹਿੰਦਾ ਮੇਰਾ ਤਾਂ ਕਰੋਨਾ ਟੈਸਟ ਹੀ ਨਹੀਂ ਹੋਇਆ ਪੰਜਾਬ ਦੇ ਵਿੱਚ, ਮੈਨੂੰ ਪੋਜ਼ਿਟਿਵ ਕਿਵੇਂ ਦੱਸੀ ਜਾਂਦੀ? ਇਹੀ ਚੀਜ਼ਾਂ ਡਰ ਪੈਦਾ ਕਰਦੀਆਂ, ਇਹੀ ਚੀਜ਼ਾਂ ਸਹਿਮ ਪੈਦਾ ਕਰਦੀਆਂ, ਇਹੀ ਅਫਸਰਾਂ ਦੀ ਨਲਾਇਕੀ ਸਾਬਤ ਕਰਦੀਆਂ। ਔਰ ਇੱਕ ਪਾਸੇ ਸਰਕਾਰ ਵੱਖ-ਵੱਖ TV ਚੈਨਲਾਂ ਤੇ ਕਹਿ ਰਹੀ ਆ ਤੁਸੀਂ ਆਪਣਾ ਮਨੋਬਲ ਉੱਚਾ ਰੱਖੋ, ਬਿਮਾਰੀ ਨਾਲ ਤਾਂ ਲੜ ਸਕਦੇ ਜੇ ਤੁਹਾਡਾ ਮਨੋਬਲ ਉੱਚਾ ਹੋਵੇ, ਤੇ ਜੇ ਇਦਾਂ ਦੀਆਂ ਗੱਲਾਂ ਹੋਣਗੀਆਂ ਤੇ ਲੋਕਾਂ ਦਾ ਮਨੋਬਲ ਡਿੱਗ ਜਾਏਗਾ, ਬਿਮਾਰੀ ਹੋਰ ਉਹਨਾਂ ਨੂੰ ਘੇਰ ਲੈਗੀ। ਇਹ ਸਰਕਾਰ ਨੇ ਪ੍ਰਬੰਧ ਕਰਨਾ ਕਿ ਆਪਣੀ ਜਨਤਾ ਦਾ ਜਿਹੜਾ ਮਨੋਬਲ ਉੱਚਾ ਰੱਖਣ ਦੇ ਲਈ ਅਫਵਾਹਾਂ ਨਾ ਫੈਲਣ, ਕੋਈ ਐਸੀ ਗਲਤ ਗੱਲ ਨਾ ਹੋਵੇ ਜਿਹਦਾ ਲੋਕਾਂ ਦੇ ਉੱਤੇ ਅਸਰ ਗਲਤ ਹੋ ਜਾਏ। ਹੁਣ ਆਹ ਜਲੰਧਰ ਦੀ ਗੱਲ ਹੈ, ਇਹਦਾ ਕੀ ਆਪਾਂ ਅਸਰ ਕਬੂਲਾਂਗੇ ਜੀ? ਤੁਸੀਂ ਬੰਦਿਆਂ ਨੂੰ ਛੁੱਟੀ ਦੇ ਦਿੰਦੇ, ਤੁਸੀਂ ਨੈਗੇਟਿਵ ਹੈ ਜੀ, ਉਹ ਘਰ ਚਲੇ ਜਾਂਦੇ, ਦੂਜੇ ਦਿਨ ਫੇਰ ਬੁਲਾ ਲੈਂਦੇ ਜੀ। ਉਹਨਾਂ ਬੰਦਿਆਂ ਦਾ ਘਰ ਜਾ ਕੇ ਸਵਾਗਤ ਕਰਤਾ, ਉਹਨਾਂ ਨੇ ਹਾਰ ਪਾ ਤੇ ਜੱਫੀਆਂ ਪਾ ਲਈਆਂ ਵਾਪਸ। ਕੀ ਸਰਕਾਰ ਦਾ ਵਿਸ਼ਵਾਸ ਬਣੇਗਾ ਤੇ ਕੀ ਮੈਡੀਕਲ ਜਿਹੜਾ ਸਿਸਟਮ ਹੈ ਉਹਦੇ ਤੇ ਲੋਕ ਯਕੀਨ ਕਰਨਗੇ? ਕਿਵੇਂ ਕਰਨਗੇ? ਬਹੁਤ ਸ਼ੁਕਰੀਆ ਜੀ, ਜਾਣ ਬਹੁਤ ਮਿਹਰਬਾਨੀ ਜੀ।